भारतीय जनता पार्टी इस बार 117 हल्के लड़ रही है और ਅਸੀਂ पिछले हफ्ते ही अपने 117 ਦੇ 17 ਹਲਕਿਆਂ 'ਚ ਪ੍ਰਭਾਰੀ ਲਗਾਤੇ ਨੇ ਇਲੈਕਸ਼ਨ ਇੰਚਾਰਜ। ਕੰਮੀ ਨਕਾਰਾ ਭ੍ਰਸ਼ਟ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਇਹਦੇ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਦੇਖੋ ਪੰਜਾਬ ਸਭ ਤੋਂ ਵੱਡਾ ਮੁੱਦਾ ਤੇ ਕੈਪਟਨ ਦੀ ਸਰਕਾਰ ਦੀ ਨਾਕਾਮੀ ਹੈ। ਕਾਂਗਰਸ ਦੀ ਜਿਹੜੀ ਲੜਾਈ ਹੈ ਨਾ ਉਹ ਬੇਸਿਕਲੀ ਇਸੇ ਗੱਲ ਦੀ ਹੈ ਕਿ ਕਾਂਗਰਸ ਦੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਲੋਕਾਂ ਜਾਣਾ ਕਿਹੜੇ ਮੂੰਹ ਦੇ ਨਾਲ ਹੈ। ਕਿਆ ਬਰਗਾੜੀ ਦਾ ਇਨਸਾਫ ਮਿਲ ਗਿਆ, ਕਿਆ ਨੌਜਵਾਨਾਂ ਨੂੰ ਘਰ ਘਰ ਨੌਕਰੀ ਮਿਲ ਗਈ, ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ, ਉਸ ਗੱਲ ਦੀ ਲੜਾਈ ਪਈ ਹੋਈ ਆ। ਜਿਹੜੇ ਕਿਸਾਨ ਯੂਨੀਅਨ ਦੇ ਨੇਤਾ ਨੇ ਇਹ ਪੋਲੀਟੀਕਲ ਪਾਰਟੀਆਂ ਦੇ ਨਾਲ ਐਫੀਲੀਏਟ ਨੇ, ਅੱਧੇ ਤੋਂ ਬਹੁਤੇ ਤੇ ਕਾਮਰੇਡ ਨੇ, ਨਕਸਲਵਾਦੀ ਸੰਗਠਨਾਂ ਦੇ ਲੋਕ ਨੇ। ਜਦੋਂ ਕਾਨੂੰਨ 1.5 ਸਾਲ ਲਈ ਮੁਲਤਵੀ ਹੋ ਗਏ ਉਹਦੇ ਬਾਅਦ ਅੰਦੋਲਨ ਕਰਨ ਦਾ ਕਾਰਨ ਕੀ ਹੈ? ਆਦਮੀ ਪਾਰਟੀ ਦੀ ਜੋ ਦਿੱਲੀ 'ਚ ਹਾਲਤ ਹੈ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਦੇ ਨੇ। ਉਹਦਾ ਕੰਮ ਹੀ ਹੈ ਅਰਵਿੰਦ ਕੇਜਰੀਵਾਲ ਦਾ, ਝੂਠ ਬੋਲੋ, ਮੂਰਖ ਬਣਾਓ ਤੁਸੀਂ। ਔਰ ਅਸੀਂ ਮੈਨੀਫੈਸਟੋ ਕੋਈ ਐਂ ਨਹੀਂ ਹੈ ਵੀ ਦਿੱਲੀ ਤੋਂ ਕੋਈ ਆਊਗਾ ਤੇ ਆ ਕੇ ਅਨਾਉਂਸ ਕਰ ਦੂਗਾ ਜਿਹਨੂੰ ਪੰਜਾਬ ਦਾ ਪਤਾ ਹੀ ਕੁਝ ਨਹੀਂ ਹੈ। ਸਾਡਾ ਮੈਨੀਫੈਸਟੋ ਪੰਜਾਬ ਦੀ ਜਨਤਾ ਬਣਾਏਗੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। 2022 ਦੀ ਚੋਣਾਂ ਨੂੰ ਲੈ ਕੇ ਹਰ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਹੈ, ਆਪਣਾ ਮੈਨੀਫੈਸਟੋ ਲੈ ਕੇ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇਗੀ, ਭਾਵੇਂ ਬੇਅਦਬੀ ਦਾ ਮਸਲਾ ਹੋਵੇ, ਭਾਵੇਂ ਡਰੱਗਸ ਮਾਮਲਾ ਹੋਵੇ, ਤਾਂ ਹਰ ਮਸਲੇ ਨੂੰ ਲੈ ਕੇ ਜਿਹੜਾ ਅੱਗੇ ਆ ਰਹੀ ਹੈ ਕਿ ਅਸੀਂ 2022 ਦੇ ਵਿੱਚ ਹਰ ਵਾਅਦਾ ਪੂਰਾ ਕਰਾਂਗੇ, ਹਰ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਇਸ ਨੂੰ ਲੈ ਕੇ ਭਾਵੇਂ ਕਿ ਪਹਿਲੀ ਪਾਰਟੀਆਂ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਇਹੀ ਵਾਅਦਾ ਕੀਤਾ ਸੀ, ਪਰ ਅਜੇ ਤੱਕ ਦੋਸ਼ੀਆਂ ਨੂੰ ਜਿਹੜੀ ਸਜ਼ਾ ਨਹੀਂ ਮਿਲੀ। ਪਰ 2022 ਦੀ BJP ਹੁਣ ਵੱਡਾ ਐਲਾਨ ਕਰ ਰਹੀ ਹੈ ਕਿ 2022 ਦੇ ਵਿੱਚ 117 ਸੀਟਾਂ ਤੇ ਪੰਜਾਬ ਦੇ ਵਿੱਚ ਚੋਣ ਲੜੇਗੀ। ਪਰ ਲਗਾਤਾਰ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚ BJP ਆਗੂਆਂ ਦਾ ਜਿਹੜਾ ਵਿਰੋਧ ਹੋ ਰਿਹਾ, ਇਸ ਨੂੰ ਲੈ ਕੇ ਲੱਗਦਾ ਕਿ ਪੰਜਾਬ ਦੇ ਵਿੱਚ BJP ਦਾ ਡੰਕਾ ਜ਼ਿਆਦਾ ਨਹੀਂ ਵੱਜੇਗਾ, ਕਿਉਂਕਿ ਇੱਕ ਪਾਸੇ BJP ਕਿਸਾਨਾਂ ਕਰਕੇ ਕਮਜ਼ੋਰ ਹੋ ਚੁੱਕੀ ਹੈ। ਕਿਸਾਨਾਂ ਦਾ ਜਿਹੜਾ ਆਰਡੀਨੈਂਸ BJP ਸਰਕਾਰ ਦੇ ਵਿੱਚ ਬਣਿਆ ਉਸ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ, ਪਰ ਦੂਜੇ ਪਾਸੇ BJP ਇਹ ਕਹਿ ਰਹੀ ਹੈ ਕਿ ਕਿਸਾਨ ਨਹੀਂ, ਸਾਡੇ ਜਿਹੜੇ ਕਿਸਾਨ ਆਗੂ ਨੇ ਉਹੀ ਵਿਰੋਧ ਕਰ ਰਹੇ ਨੇ। ਤਾਂ ਇਸ ਨੂੰ ਲੈ ਕੇ ਪੰਜਾਬ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕੀ ਉਹਨਾਂ ਦਾ ਕਹਿਣਾ। ਅੱਜ ਸ਼ਿਆਮਾ ਪ੍ਰਸਾਦ ਮੁਖਰਜੀ ਦੀ 121ਵੀਂ ਜਯੰਤੀ ਹੈ ਔਰ ਸ਼ਿਆਮਾ ਪ੍ਰਸਾਦ ਮੁਖਰਜੀ ਭਾਰਤੀ ਜਨਤਾ ਪਾਰਟੀ ਦੇ ਮੋਢੀ ਸਨ। ਇਸ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਔਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੋ ਜੀਵਨ ਹੈ, ਜੋ ਉਹਨਾਂ ਨੇ ਆਦਰਸ਼ ਸਥਾਪਿਤ ਕੀਤੇ ਸੀਗੇ, ਉਹਨਾਂ ਨੂੰ ਯਾਦ ਕਰਨ ਲਈ ਅੱਜ ਭਾਰਤੀ ਜਨਤਾ ਪਾਰਟੀ ਮੋਹਾਲੀ ਵਿਧਾਨ ਸਭਾ ਦਾ ਹਲਕੇ ਦਾ ਪ੍ਰੋਗਰਾਮ ਸੀਗਾ ਔਰ ਸਾਰੇ ਹੀ ਪਾਰਟੀ ਦੇ ਜੋ ਵਰਿਸ਼ਟ ਨੇਤਾ ਹੈ ਸਾਡੇ ਮੋਹਾਲੀ ਹਲਕੇ ਦੇ, ਉਹ ਸਭ ਜਿੱਥੇ ਹਾਜ਼ਰ ਹੋਏ ਸੀਗੇ। ਸੋ ਅਸੀਂ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਹੈ ਔਰ ਜੋ ਰਸਤਾ ਉਹਨਾਂ ਨੇ ਸਾਨੂੰ ਦਿਖਾਇਆ ਸੀਗਾ ਉਸ ਰਸਤੇ ਤੇ ਚੱਲਣ ਦਾ ਅਸੀਂ ਸੰਕਲਪ ਵੀ ਲਿਆ। ਤੇ ਸਰ ਪੰਜਾਬ 'ਚ ਜਿਹੜੀ ਆਗਾਮੀ ਚੋਣਾਂ ਆ ਰਹੀ ਹੈ ਉਸ ਦੀ ਕਿਸ ਤਰ੍ਹਾਂ BJP ਦੀ ਤਿਆਰੀ ਚੱਲ ਰਹੀ ਹੈ ਸਰ, ਕਿਉਂਕਿ ਹੁਣ ਕੋਵਿਡ ਵੀ ਥੋੜਾ ਜਿਹਾ ਉਹਦੀ ਲਹਿਰ ਘੱਟ ਹੋਈ ਹੈ, ਤੇ ਕਿਆ ਪੋਲੀਟੀਕਲ ਲਹਿਰ ਆਪਣੀ ਤੇਜ਼ ਹੋ ਰਹੀ ਹੈ ਜੀ? हाँ बिल्कुल तेज़ हो रही है। भारतीय जनता पार्टी इस बार 117 हल्के लड़ रही है और ਅਸੀਂ पिछले हफ्ते ही अपने 117 ਦੇ 17 ਹਲਕਿਆਂ 'ਚ ਪ੍ਰਭਾਰੀ ਲਗਾਤੇ ਨੇ ਇਲੈਕਸ਼ਨ ਇੰਚਾਰਜ। ਔਰ ਕੱਲ੍ਹ ਵੀ ਤੁਸੀਂ ਦੇਖਿਆ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਸਾਡਾ ਜਿਹੜਾ ਯੁਵਾ ਮੋਰਚਾ ਹੈ ਉਹਨੇ ਡਰੱਗ ਦੇ ਵਿਸ਼ੇ ਨੂੰ ਲੈ ਕੇ ਬਹੁਤ ਵੱਡਾ ਪ੍ਰਦਰਸ਼ਨ ਚੰਡੀਗੜ੍ਹ 'ਚ ਮੁੱਖ ਮੰਤਰੀ ਸਾਹਿਬ ਘਰ ਦੇ ਬਾਹਰ ਕੀਤਾ ਹੈ ਔਰ ਆਉਣ ਵਾਲੇ ਦਿਨਾਂ 'ਚ ਵੀ ਤੁਸੀਂ ਦੇਖੋਗੇ ਅਸੀਂ ਜਿਹੜਾ ਇਹ ਨਿਕੰਮੀ ਨਕਾਰਾ ਭ੍ਰਸ਼ਟ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਇਹਦੇ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਔਰ ਵਾਰਡ ਸਤਰ ਤੋਂ ਲੈ ਕੇ ਪ੍ਰਦੇਸ਼ ਪੱਧਰ ਤੱਕ ਵੱਡੇ ਪ੍ਰਦਰਸ਼ਨ ਜਿਹੜੇ ਆ ਉਹ ਅਗਲੇ ਕੁਝ ਸਮੇਂ 'ਚ ਅਸੀਂ ਕਰਨ ਵਾਲੇ ਹਾਂ। ਔਰ ਇਸ ਤੋਂ ਇਲਾਵਾ ਸਾਰੇ 117 ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਸ਼ੁਰੂ ਹੋ ਗਿਆ ਹੈ। ਸਾਡੇ ਇੰਚਾਰਜਸ ਉੱਥੇ ਲਗਾਤਾਰ ਜਾਣਾ ਸ਼ੁਰੂ ਕਰ ਦੇਣਗੇ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਸੰਗਠਨ ਦੀਆਂ ਗਤੀਵਿਧੀਆਂ ਨੂੰ ਵੀ ਵਧਾਵਾਂਗੇ। ਪੰਜਾਬ 'ਚ ਕੌਣ ਮੁੱਦੇ ਹੋਣਗੇ ਸਰ ਜਿਹੜੀ ਕਿ BJP ਸਭ ਤੋਂ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਮੁੱਖ ਰੱਖ ਕੇ ਚੋਣ ਲੜਨ ਦੀ ਉਹ ਕਰੇਗੀ? ਦੇਖੋ ਪੰਜਾਬ ਸਭ ਤੋਂ ਵੱਡਾ ਮੁੱਦਾ ਤੇ ਕੈਪਟਨ ਦੀ ਸਰਕਾਰ ਦੀ ਨਾਕਾਮੀ ਹੈ। ਜਿਹੜੇ ਵਾਅਦੇ ਕਰਕੇ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਸੀ, ਉਹ ਚਾਹੇ 4 ਹਫ਼ਤਿਆਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਸੀ, ਚਾਹੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਸੀ, ਚਾਹੇ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦੀ ਗੱਲ ਸੀ, ਚਾਹੇ ਉਹ ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਸੀ, ਚਾਹੇ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਸੀ, ਚਾਹੇ ਉਹ ਪੈਨਸ਼ਨਾਂ ਨੂੰ ਵਧਾਉਣ ਦੀ ਗੱਲ ਸੀ, ਚਾਹੇ ਉਹ ਆਟਾ ਦਾਲ ਦੇ ਨਾਲ ਚੀਨੀ ਸ਼ੱਕਰ ਦੇਣ ਦੀ ਗੱਲ ਸੀ। ਜਿੰਨੇ ਵਾਅਦੇ ਕੈਪਟਨ ਨੇ ਕੀਤੇ ਸਾਰੇ ਵਾਅਦੇ ਉਹਦੇ ਖੋਖਲੇ ਸਾਬਤ ਹੋਏ ਆ ਔਰ ਉਹੀ ਕਾਰਨ ਹੈ ਕਿ ਅੱਜ ਕਾਂਗਰਸ ਆਪੋ ਤਾਪ ਮਚੀ ਪਈ ਹੈ। ਕਾਂਗਰਸ ਦੀ ਜਿਹੜੀ ਲੜਾਈ ਹੈ ਨਾ ਉਹ ਬੇਸਿਕਲੀ ਇਸੇ ਗੱਲ ਦੀ ਹੈ ਕਿ ਕਾਂਗਰਸ ਦੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਹੁਣ ਲੋਕਾਂ ਜਾਣਾ ਕਿਹੜੇ ਮੂੰਹ ਦੇ ਨਾਲ ਹੈ। ਕਿਆ ਬਰਗਾੜੀ ਦਾ ਇਨਸਾਫ ਮਿਲ ਗਿਆ, ਕਿਆ ਨੌਜਵਾਨਾਂ ਨੂੰ ਘਰ ਘਰ ਨੌਕਰੀ ਮਿਲ ਗਈ, ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ, ਉਸ ਗੱਲ ਦੀ ਲੜਾਈ ਪਈ ਹੋਈ ਆ। ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਜਨਤਾ ਕੋਲ ਜਾਵਾਂਗੇ ਔਰ ਜਿਸ ਪ੍ਰਕਾਰ ਬਿਜਲੀ ਦੀ ਹਾਲਤ ਕੀਤੀ ਹੈ, ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਮਹਿੰਗੀ ਬਿਜਲੀ ਵਾਲਾ ਸੂਬਾ ਪੰਜਾਬ ਹੈ ਔਰ 8-8 ਘੰਟੇ 10-10 ਘੰਟੇ ਦੇ ਇਸ ਗਰਮੀ 'ਚ ਕੱਟ ਲੱਗ ਰਿਹਾ ਹੈ। ਇੰਡਸਟਰੀ ਬੰਦ ਕਰਤੀ ਗਈ ਹੈ ਬਿਜਲੀ ਦੇ ਹੱਥੋਂ, ਕਿਸਾਨ ਪਰੇਸ਼ਾਨ ਨੇ, ਉਹਨਾਂ ਨੂੰ ਬਿਜਲੀ ਨਹੀਂ ਮਿਲ ਰਹੀ। ਸੋ ਇਹ ਨਿਕੰਮੀ ਨਕਾਰਾ ਸਰਕਾਰ ਦੀਆਂ ਨਾਕਾਮੀਆਂ ਲੈ ਕੇ ਜਨਤਾ ਕੋਲ ਜਾਵਾਂਗੇ।
ਸਰ ਕਿਸਾਨੀ ਅੰਦੋਲਨ ਚੱਲ ਰਿਹਾ, ਬਾਰ-ਬਾਰ ਕਿਸਾਨ ਇਹ ਕਹਿ ਰਿਹਾ ਕਿ ਬੀਜੇਪੀ ਨੂੰ ਅਸੀਂ ਪੰਜਾਬ ਤੇ ਹਰਿਆਣਾ ਖਾਸ ਕਰਕੇ ਨਹੀਂ ਆਉਣ ਦੇਵਾਂਗੇ, ਉਹਦੇ ਬਾਰੇ ਕੀ ਕਹੋਗੇ? ਕਿਸਾਨ ਨਹੀਂ ਕਹਿ ਰਿਹਾ, ਕਿਸਾਨ ਯੂਨੀਅਨ ਦੇ ਨੇਤਾ ਕਹਿ ਰਹੇ ਹਨ। ਔਰ ਜਿਹੜੇ ਕਿਸਾਨ ਯੂਨੀਅਨ ਦੇ ਨੇਤਾ ਨੇ ਇਹ ਪੋਲੀਟੀਕਲ ਪਾਰਟੀਆਂ ਦੇ ਨਾਲ ਐਫੀਲੀਏਟ ਨੇ, ਅੱਧੇ ਤੋਂ ਬਹੁਤੇ ਤੇ ਕਾਮਰੇਡ ਨੇ, ਨਕਸਲਵਾਦੀ ਸੰਗਠਨਾਂ ਦੇ ਲੋਕ ਨੇ। ਔਰ ਇਹ ਰਾਜਨੀਤਿਕ ਆਪਣੇ ਹਿੱਤਾਂ ਦੇ ਲਈ ਸਭ ਚੱਲ ਰਿਹਾ। ਪੰਜਾਬ ਦਾ ਕਿਸਾਨ ਇਸ ਗੱਲ ਨੂੰ ਸਮਝ ਰਿਹਾ ਹੈ। ਔਰ ਖਾਸ ਕਰਕੇ ਜਦੋਂ ਇਸ ਵਾਰ ਤੁਸੀਂ ਦੇਖੋ, ਇਸ ਵਾਰ ਕਣਕ ਦੀ ਖਰੀਦ ਜਿਹੜੀ ਆ ਪਿਛਲੇ ਸਾਲ ਨਾਲੋਂ ਪੰਜਾਬ 'ਚ ਕਿੰਨੀ ਜ਼ਿਆਦਾ ਹੋਈ ਹੈ। ਸਰਕਾਰੀ ਖਰੀਦ ਵੀ ਵਧੀ ਔਰ ਕਿਸਾਨ ਦੇ ਖਾਤੇ ਸਿੱਧਾ ਪੈਸਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਮਾਧਿਅਮ ਨਾਲ ਆਇਆ। ਪੰਜਾਬ ਦਾ ਕਿਸਾਨ ਇਸ ਗੱਲ ਨੂੰ ਚੰਗਾ ਸਮਝ ਰਿਹਾ, ਖੁਸ਼ ਹੈ। ਤੁਸੀਂ ਦੇਖੋਗੇ ਜਲਦੀ ਇਹ ਕਿਸਾਨ ਯੂਨੀਅਨ ਦੇ ਨੇਤਾ ਐਕਸਪੋਜ਼ ਹੋਣ ਵਾਲੇ ਆ। ਪੰਜਾਬ ਦਾ ਕਿਸਾਨ ਵੀ ਇਹ ਗੱਲ ਸਮਝ ਗਿਆ ਜਿਵੇਂ ਹਿੰਦੁਸਤਾਨ ਦਾ ਕਿਸਾਨ ਸਮਝ ਗਿਆ। ਔਰ ਭਾਰਤੀ ਜਨਤਾ ਪਾਰਟੀ ਬੜੀ ਸਫਲਤਾ ਡੈਡਲੌਕ ਚੱਲ ਰਿਹਾ ਹੁਣ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਵਿੱਚ, ਤੇ ਇਹ ਕਦੋਂ ਤੱਕ ਖੁੱਲਣ ਦੀ ਉਮੀਦ ਹੈ? ਦੇਖੋ ਡੈਡਲੌਕ ਤੇ ਇਹਨਾਂ ਦੇ ਕਰਕੇ ਚੱਲ ਰਿਹਾ। ਕੋਈ ਲੀਡਰ ਤਾਂ ਇਹ ਕਹਿ ਰਹੇ ਨੇ ਕਿ ਅਸੀਂ ਤਿਆਰ ਹਾਂ ਗੱਲਬਾਤ ਕਰਨ ਨੂੰ। ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ। ਪ੍ਰਧਾਨ ਮੰਤਰੀ ਜੀ ਨੇ ਕਿਹਾ, ਨਰਿੰਦਰ ਤੋਮਰ ਜੀ ਰੋਜ਼ ਕਹਿ ਰਹੇ ਨੇ ਕਿ ਤੁਸੀਂ ਸਾਡੇ ਕੋਲ ਕੋਈ ਆਫਰ ਲੈ ਕੇ ਆਓ। ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਲਾਸਟ ਆਫਰ ਦਿੱਤੀ 11 ਰਾਊਂਡ ਦੀ ਵਾਰਤਾ ਤੋਂ ਬਾਅਦ ਕਿ ਆਪਾਂ 1.5 ਸਾਲ ਲਈ ਕਾਨੂੰਨ ਹੀ ਮੁਲਤਵੀ ਕਰ ਦਿੰਦੇ ਹਾਂ, ਕਮੇਟੀ ਬਣਾਉਂਦੇ ਆ, ਤੁਹਾਨੂੰ ਵੀ ਵਿੱਚ ਪਾਉਂਦੇ ਆ, ਬਹਿ ਕੇ ਫੈਸਲਾ ਕਰਦੇ ਆ ਕਾਨੂੰਨਾਂ ਦਾ ਕੀ ਕਰਨਾ ਹੈ। ਜਦੋਂ ਕਾਨੂੰਨ 1.5 ਸਾਲ ਲਈ ਮੁਲਤਵੀ ਹੋ ਗਏ, ਉਹਦੇ ਬਾਅਦ ਅੰਦੋਲਨ ਕਰਨ ਦਾ ਕਾਰਨ ਕੀ ਹੈ? ਇਹ ਜਿਹੜਾ ਅੰਦੋਲਨ ਹੈ ਬੇਸਿਕਲੀ ਹੁਣ ਇਹਨਾਂ ਨੇ ਇਲੈਕਸ਼ਨਾਂ 'ਚ ਜਾਣਾ ਹੈ। ਇਹ ਆਪਣੇ ਇਲੈਕਸ਼ਨਾਂ ਦੇ ਪ੍ਰੋਪੇਗੈਂਡਾ ਸਾਰਾ ਕਰ ਰਹੇ ਨੇ ਔਰ ਇਸ ਕਰਕੇ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੇ। ਮੈਨੂੰ ਦੱਸੋ ਕਦੀ ਵੀ ਕੋਈ ਐਸਾ ਹੋਇਆ ਕਿ ਵੀ ਇੱਕ ਧਿਰ ਕਵੇ ਕਿ ਮੇਰੀਆਂ ਸਾਰੀਆਂ 100 ਦੀਆਂ 100 ਗੱਲਾਂ ਮੰਨ ਲਓ ਤਾਂ ਗੱਲਬਾਤ ਨੂੰ ਆਊਂਗਾ? ਇੱਦਾਂ ਕਦੀ ਹੁੰਦਾ ਹੀ ਨਹੀਂ। ਇਹ ਗੱਲਬਾਤ ਲਈ ਆਉਣ, ਫਾਰਮੂਲਾ ਲੈ ਕੇ ਆਉਣ, ਸਰਕਾਰ ਤਿਆਰ ਹੈ। ਤਾਂ ਜਿਵੇਂ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਮਤਲਬ ਸ਼ਰਤਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਨੂੰ ਲੁਭਾਉਣ ਵਾਸਤੇ, ਉਵੇਂ ਆਪਣਾ ਬੀਜੇਪੀ ਵੱਲੋਂ ਕੀ ਚੱਲ ਰਿਹਾ? ਦੇਖੋ ਆਮ ਆਦਮੀ ਪਾਰਟੀ ਦੀ ਜੋ ਦਿੱਲੀ 'ਚ ਹਾਲਤ ਹੈ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰਦੇ ਨੇ। ਉਹਦਾ ਕੰਮ ਹੀ ਹੈ ਅਰਵਿੰਦ ਕੇਜਰੀਵਾਲ ਦਾ, ਝੂਠ ਬੋਲੋ, ਮੂਰਖ ਬਣਾਓ। ਤੁਸੀਂ ਕੋਵਿਡ 'ਚ ਦੇਖਿਆ ਦਿੱਲੀ ਦਾ ਕੀ ਹਾਲ ਕੀਤਾ ਉਹਨੇ। ਹੁਣ ਤੁਸੀਂ ਬਿਜਲੀ 'ਚ ਦੇਖ ਲਓ ਕੀ ਹਾਲ ਉੱਥੇ ਦਿੱਲੀ 'ਚ ਕਰ ਰਿਹਾ। ਸੋ ਉਹਦਾ ਤੇ ਐਵੇਂ ਜਿਹੜੀਆਂ ਗੱਲਾਂ ਫੁਕਰੀਆਂ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਮੈਨੀਫੈਸਟੋ ਲਈ ਸੀਰੀਅਸ ਹੈ। ਅਸੀਂ ਆਪਣੀ ਮੈਨੀਫੈਸਟੋ ਦੀ ਕਮੇਟੀ ਬਣਾਈ ਹੈ ਔਰ ਅਸੀਂ ਮੈਨੀਫੈਸਟੋ ਕੋਈ ਐਂ ਨਹੀਂ ਹੈ ਵੀ ਦਿੱਲੀ ਤੋਂ ਕੋਈ ਆਊਗਾ ਤੇ ਆ ਕੇ ਅਨਾਉਂਸ ਕਰ ਦੂਗਾ ਜਿਹਨੂੰ ਪੰਜਾਬ ਦਾ ਪਤਾ ਹੀ ਕੁਝ ਨਹੀਂ ਹੈ। ਸਾਡਾ ਮੈਨੀਫੈਸਟੋ ਪੰਜਾਬ ਦੀ ਜਨਤਾ ਬਣਾਏਗੀ। ਅਸੀਂ ਹਰ ਵਰਗ ਲਈ ਅਲੱਗ ਤੋਂ ਕਮੇਟੀ ਬਣਾ ਰਹੇ ਹਾਂ। ਸਾਡੀ ਕਮੇਟੀ ਇੰਡਸਟਰੀ ਵਾਲਿਆਂ ਕੋਲ ਜਾਊਗੀ, ਬਈ ਦੱਸ ਤੁਹਾਨੂੰ ਕੀ ਚਾਹੀਦਾ ਹੈ, ਕਿਸਾਨਾਂ ਕੋਲ ਜਾਊਗੀ ਤੁਹਾਨੂੰ ਕੀ ਚਾਹੀਦਾ ਹੈ, ਵਪਾਰੀਆਂ ਕੋਲ ਜਾਊਗੀ ਤੁਹਾਨੂੰ ਕੀ ਚਾਹੀਦਾ ਹੈ, ਮਜ਼ਦੂਰਾਂ ਕੋਲ ਜਾਏਗੀ, ਮਹਿਲਾਵਾਂ ਕੋਲ ਜਾਏਗੀ, ਨੌਜਵਾਨਾਂ ਕੋਲ ਜਾਏਗੀ। ਪੰਜਾਬ ਦੀ ਜਨਤਾ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਬਣਾਊਗੀ। ਕੋਈ ਦਿੱਲੀ ਦਾ ਨੇਤਾ ਆ ਕੇ ਇੱਥੇ ਮੈਨੀਫੈਸਟੋ ਨਹੀਂ ਸਰ ਬਣਾਊਗਾ। ਤੁਹਾਨੂੰ ਕੀ ਲੱਗਦਾ ਜਿਹੜਾ ਮੈਨੀਫੈਸਟੋ ਬਣਦਾ ਹੈ ਪੋਲੀਟੀਕਲ ਪਾਰਟੀਆਂ ਬਣਾਉਂਦੇ, ਕੀ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ? ਇਸ ਬਾਰੇ ਕੀ ਕਹਿਣਾ? ਬਿਲਕੁਲ ਹੋਣਾ ਚਾਹੀਦਾ ਔਰ ਮੈਂ ਤੇ ਇਸ ਗੱਲ ਦਾ ਬੜਾ ਹਾਮੀ ਹਾਂ। ਔਰ ਤੁਸੀਂ ਦੇਖੋਗੇ 2009 'ਚ ਜੋ ਵਾਅਦੇ ਕੀਤੇ ਸੀ ਮੋਦੀ ਸਾਹਿਬ ਨੇ, ਅਸੀਂ 2014 ਜਦੋਂ ਆਪਣਾ ਸੰਕਲਪ ਪੱਤਰ ਲੈ ਕੇ ਆਏ ਸੀ, ਅਸੀਂ ਉਸ ਤੋਂ ਪਹਿਲਾਂ ਉਹ ਵਾਲਾ ਲੈ ਕੇ ਆਏ ਸੀ ਡਾਕੂਮੈਂਟ ਕਿ ਅਸੀਂ 2009 'ਚ ਵਾਅਦੇ ਕੀਤੇ ਸੀ, ਕਿੰਨੇ ਪੂਰੇ ਕੀਤੇ ਆ। 14 'ਚ ਅਸੀਂ ਸਰਕਾਰ, ਹੁਣ ਦੁਬਾਰਾ ਸਰਕਾਰ ਬਣਾਈ ਅਸੀਂ 19 'ਚ, ਅਸੀਂ ਜੋ ਵਾਅਦੇ ਕੀਤੇ ਸੀ ਸਰਕਾਰ ਬਣਨ ਦੇ ਪਹਿਲੇ ਸਾਲ 'ਚ ਦੇਖ ਲਓ ਜੀ ਕਿੰਨੇ ਵਾਅਦੇ ਉਸ 'ਚੋਂ ਪੂਰੇ ਕੀਤੇ। ਧਾਰਾ 370 28 ਸਾਡਾ ਪੁਰਾਣਾ ਵਾਅਦਾ ਸੀ, ਰਾਮ ਮੰਦਿਰ ਦਾ ਨਿਰਮਾਣ। ਅਸੀਂ ਤਾਂ ਲਗਾਤਾਰ ਉੱਤੇ ਕੰਮ ਕਰ ਰਹੇ ਹਾਂ। ਸਾਡੇ ਲਈ ਚੋਣ ਮੈਨੀਫੈਸਟੋ ਨਹੀਂ ਹੈ, ਉਹ ਸਾਡਾ ਇੱਕ ਤਰ੍ਹਾਂ ਦਾ ਸੰਕਲਪ ਪੱਤਰ ਹੈ। ਇਸ ਕਰਕੇ ਮੈਨੂੰ ਲੱਗਦਾ ਇਹ ਹੋਣਾ ਚਾਹੀਦਾ ਲੀਗਲ ਡਾਕੂਮੈਂਟ, ਕੋਈ ਹਰਜ ਨਹੀਂ ਹੈ। ਕਾਂਗਰਸ ਦੇ ਟਾਈਮ 'ਚ ਪੈਟਰੋਲ ਡੀਜ਼ਲ ਦੀ ਕੀਮਤਾਂ ਸੀਗੀਆਂ 50-60 ਰੁਪਏ ਨੇੜੇ, ਇਸ ਵੇਲੇ 101 ਟੱਪ ਗਈਆਂ ਨੇ। ਐਸਾ ਪਤਾ ਨਹੀਂ ਤੁਸੀਂ ਕਾਂਗਰਸ ਦੇ ਕਿਹੜੇ ਰਾਜ ਦੀ ਗੱਲ ਕਰਦੇ ਹੋ। ਮਨਮੋਹਨ ਸਿੰਘ ਦੇ ਟਾਈਮ ਵੀ 90 ਰੁਪਏ ਤੋਂ ਟੱਪੀਆਂ ਸੀ ਪੈਟਰੋਲ ਦੀਆਂ ਕੀਮਤਾਂ। ਔਰ ਉਸ ਤੋਂ ਮੈਂ ਦੱਸਦਾ ਤੁਹਾਨੂੰ, ਪੂਰੇ ਦੁਨੀਆ ਦੇ ਅੰਦਰ ਕਰੂਡ ਆਇਲ ਦੇ ਪ੍ਰਾਈਸ ਵਧ ਰਹੇ ਹਨ। ਘਟ ਰਹੇ ਨੇ? ਨਹੀਂ ਵਧ ਰਹੇ ਨੇ ਭਾਈ ਸਾਹਿਬ, ਤੁਸੀਂ ਚੈੱਕ ਕਰੋ ਗੂਗਲ ਦੇ ਉੱਤੇ। ਔਰ ਅੱਜ ਤੋਂ ਨਹੀਂ ਵਧ ਰਹੇ ਆ, ਪਿਛਲੇ ਕੁਝ ਮਹੀਨਿਆਂ ਤੋਂ ਵਧ ਰਹੇ ਨੇ। ਪੂਰੇ ਇੰਟਰਨੈਸ਼ਨਲ ਲੈਵਲ ਤੇ ਜਿਸ ਪ੍ਰਕਾਰ ਦਾ ਕ੍ਰਾਈਸਿਸ ਚੱਲ ਰਿਹਾ ਕੋਵਿਡ ਤੋਂ ਬਾਅਦ, ਔਰ ਜਿਸ ਪ੍ਰਕਾਰ ਦੀਆਂ ਵਾਰ ਦੀਆਂ ਸਥਿਤੀਆਂ ਕੁਝ ਦੇਸ਼ਾਂ 'ਚ ਬਣੀਆਂ ਖਾੜੀ 'ਚ, ਉਹਦੇ ਕਰਕੇ ਕਰੂਡ ਆਇਲ ਵਧ ਰਿਹਾ। ਕਰੂਡ ਆਇਲ ਵਧ ਰਿਹਾ ਤਾਂ ਉਹਦੇ ਕਰਕੇ ਪੈਟਰੋਲ ਡੀਜ਼ਲ ਵੀ ਵਧ ਰਿਹਾ। ਲੇਕਿਨ ਮੈਂ ਇੱਥੇ ਦੂਜਾ ਸਵਾਲ ਪੁੱਛਦਾ, ਕੇਂਦਰ ਸਰਕਾਰ ਦਾ ਜਿਹੜਾ ਟੈਕਸ ਹੈ ਪੈਟਰੋਲ ਡੀਜ਼ਲ ਤੇ ਔਰ ਸਟੇਟ ਗਵਰਨਮੈਂਟ ਦਾ ਜਿਹੜਾ ਟੈਕਸ, ਉਹਨੂੰ ਕੰਪੇਅਰ ਕਰੋ ਜਰਾ। ਪੰਜਾਬ ਦਾ ਤੇਲ ਚੰਡੀਗੜ੍ਹ ਨਾਲੋਂ ਮਹਿੰਗਾ ਕਿਉਂ ਹੈ? ਚੰਡੀਗੜ੍ਹ ਕੇਂਦਰ ਦੇ ਅੰਦਰ ਹੈ, ਉੱਥੇ ਤੇਲ ਸਸਤਾ ਹੈ। ਤੁਸੀਂ ਮੁਹਾਲੀ ਬੈਠੇ ਹੋ, 4 ਕਿਲੋਮੀਟਰ ਬਾਅਦ ਤੁਹਾਡਾ ਤੇਲ ਮਹਿੰਗਾ ਹੈ। ਸੋ ਕੈਪਟਨ ਸਰਕਾਰ ਜਿਹੜਾ ਵੈਟ ਲਾ ਰਹੀ ਹੈ, ਸਭ ਤੋਂ ਜ਼ਿਆਦਾ ਵੈਟ ਲਾਉਣ ਵਾਲੀ ਸਟੇਟਾਂ 'ਚੋਂ ਕੈਪਟਨ ਸਰਕਾਰ ਹੈ। ਮੈਂ ਕਹਿੰਦਾ ਬਾਕੀ ਛੱਡ ਦਿਓ, ਚੰਡੀਗੜ੍ਹ ਦੇ ਬਰਾਬਰ ਹੀ ਕਰ ਦਿਓ, ਉਹ ਹਰਿਆਣੇ ਦੇ ਬਰਾਬਰ ਹੀ ਕਰ ਦਿਓ, ਹਿਮਾਚਲ ਦੇ ਬਰਾਬਰ ਹੀ ਕਰ ਦਿਓ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਹੈ। ਸੋ ਇਸ ਕਰਕੇ, ਲੇਕਿਨ ਤੁਹਾਡੀ ਗੱਲ ਠੀਕ ਹੈ, ਜਨਤਾ ਨੂੰ ਔਰ ਕੇਂਦਰ ਸਰਕਾਰ ਬੜੀ ਗੰਭੀਰ ਹੈ। ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਤੇਲ ਦੇ ਰੇਟ ਘਟਣ। ਸਰ ਇਹ ਇਲੈਕਸ਼ਨਾਂ ਨੇੜੇ ਤੇੜੇ ਹੋਣਗੇ ਜਾਂ ਇਲੈਕਸ਼ਨ ਸਟੰਟ ਹੈ ਜੀ? ਐਸਾ ਹਿੰਦੁਸਤਾਨ 'ਚ ਹਮੇਸ਼ਾ ਹੀ ਇਲੈਕਸ਼ਨ ਹੈ ਭਾਈ ਸਾਹਿਬ। ਹਾਲੇ ਬੰਗਾਲ ਦੇ ਇਲੈਕਸ਼ਨ ਮੁੱਕੇ ਨਹੀਂ, 5 ਸਟੇਟਾਂ ਦੇ ਖੜੇ ਆ, ਉਹ ਮੁੱਕਣਗੇ ਫਿਰ 5 ਸਟੇਟਾਂ ਦੇ ਖੜੇ ਆ। ਸਾਡੀ ਸਰਕਾਰ ਨਾ ਇਲੈਕਸ਼ਨ ਲਈ ਕੰਮ ਕਰਦੀ ਹੈ, ਸਾਡਾ ਲਗਾਤਾਰ ਇੱਕੋ ਏਜੰਡਾ, ਦੇਸ਼ ਦੀ ਜਨਤਾ ਦਾ ਭਲਾ ਕਿਵੇਂ ਕਰਨਾ। ਤਾਂ ਤੁਸੀਂ ਦੇਖ ਸਕਦੇ ਹੋ ਸਨ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਜਿਹੜੇ ਬੀਜੇਪੀ ਤੋਂ ਨੇ, ਜਿਨ੍ਹਾਂ ਨੇ ਦੱਸਿਆ ਕਿ ਸਾਡਾ ਜਿਹੜਾ ਵਿਰੋਧ ਹੋ ਰਿਹਾ ਹੈ ਉਹ ਵਿਰੋਧ ਪੰਜਾਬ ਦੇ ਕਿਸਾਨ ਨਹੀਂ ਬਲਕਿ ਜਿਹੜੇ ਕਿਸਾਨ ਆਗੂ ਨੇ, ਕਾਮਰੇਡ ਤੌਰ ਤੇ ਨੇ, ਜਾਂ ਫਿਰ ਉਹਨਾਂ ਨਕਸਲਵਾਦੀ ਤੱਕ ਜਿਹੜੇ ਸ਼ਬਦ ਜਿਹੜੇ ਸੁਭਾਸ਼ ਸ਼ਰਮਾ ਜਿਹੜੇ ਜਨਰਲ ਸੈਕਟਰੀ ਉਹਨਾਂ ਨੇ ਵਰਤੇ ਨੇ। ਪਰ ਇਸ ਨੂੰ ਲੈ ਕੇ ਲੱਗਦਾ ਕਿ 2022 ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਦਾ ਵਿਰੋਧ ਹੋ ਰਿਹਾ ਤਾਂ ਪੰਜਾਬ ਦੇ ਵਿੱਚ ਬੀਜੇਪੀ ਦੀਆਂ ਸੀਟਾਂ ਜਿਹੜੀਆਂ ਜ਼ਿਆਦਾ ਨਹੀਂ ਆਉਂਦੀਆਂ ਲੱਗਦੀਆਂ। ਤੁਹਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼ ਮੋਹਾਲੀ।